बॉडी बिल्डिंग विदाउट स्टीरॉयड पॉसिबल नहीं है। विदाउट स्टीरॉयड पॉसिबल नहीं है। मैं बार बार कह रहे हैं बॉडी बिल्डिंग विदाउट स्टीरॉयड पॉसिबल नहीं है। 50% बॉडी फैट ਤੋਂ ਆਪਾਂ 3% ਬॉडी फैट ਤੇ ਲੈ ਕੇ ਆਣਾ ਹੈ, ਉਹ ਵੀ 3 ਮਹੀਨੇ ਦੇ ਵਿੱਚ। ਤਾਂ ਆਪਾਂ ਨੂੰ ਆਬਵੀਅਸ ਜੀ ਗੱਲ ਹੈ ਕਿ ਸਟੀਰੋਇਡ ਦਾ ਸਹਾਰਾ ਲੈਣਾ ਪੈਂਦਾ ਹੈ। 19 ਇੰਚ ਦੇ ਡੋਲੇ ਬਾਈਸੈਪਸ ਤੁਸੀਂ ਲੈ ਕੇ ਤੇ 3% ਬॉडी ਫੈਟ ਨੂੰ ਤੁਸੀਂ ਕਹੋਗੇ ਵੀ ਮੈਂ ਨੈਚੁਰਲ ਆ, ਤਾਂ ਉਹ ਇੰਪੋਸੀਬਲ ਗੱਲ ਹੈ। ਗੱਲ ਹੁੰਦੀ ਹੈ ਸਟੀਰੋਇਡ ਲੈਣਾ ਕਿਵੇਂ ਆ, ਕਿਹਦੀ ਗਾਈਡੈਂਸ ਤੇ ਲੈਣਾਗਾ, ਤੁਹਾਡੇ ਉੱਪਰ ਕੌਣ ਬੈਠਾ ਜੋ ਤੁਹਾਨੂੰ ਕਰਾ ਰਿਹਾਗਾ। ਜੇ ਤੁਸੀਂ ਕਰ ਰਹੇ ਹੋ ਤਾਂ ਇੱਕ ਪ੍ਰੋਪਰ ਗਾਈਡੈਂਸ ਤੇ ਹੀ ਕਰਨਾ ਇਹ ਚੀਜ਼, ਬਿਕਾਜ਼ ਇਹ ਚੀਜ਼ ਬਹੁਤ ਹੀ ਸਾਈਡ ਇਫੈਕਟ ਦਿੰਦੀਆਂ ਨੇ। ਕਈ ਇਹੋ ਜਿਹੇ ਐਥਲੀਟ ਨੇ ਜੋ ਵਿਦਾਊਟ ਗਾਈਡੈਂਸ ਯੂਜ਼ ਕਰ ਰਹੇ ਨੇ ਸਿਰਫ ਗੂਗਲ ਜਾਂ ਯੂਟਿਊਬ ਦੀ ਹੈਲਪ ਦੇ ਕਰਕੇ। ਤੇ ਗੂਗਲ ਤੇ ਯੂਟਿਊਬ ਦੀ ਹੈਲਪ ਰਿਸਰਚ, ਹੁਣ ਇਹ ਨਹੀਂ ਪਤਾ ਵੀ ਕਿੰਨੇ ਬੋਡੀ ਫੈਟ ਪਰਸੈਂਟੇਜ ਦੇ ਬੰਦੇ ਦੀ ਕੀਤੀ ਹੋਈ ਹੈ, ਕਿੰਨੀ ਹਾਈਟ ਸੀ ਉਹਦੀ, ਕਿੰਨਾ weight ਸੀਗਾ, ਕਿਸ ਤੇ ਟੈਸਟ ਹੋਇਆ, ਕਿਹੜੇ ਲੈਵਲ ਦਾ ਟੈਸਟ ਹੋਇਆ। ਤੁਸੀਂ ਉਹ ਚੀਜ਼ ਨੂੰ ਚੱਕ ਕੇ ਤੁਸੀਂ ਆਪਣੇ ਬੋਡੀ ਤੇ ਯੂਜ਼ ਕਰ ਰਹੇ ਹੋ। ਸ਼ੀਸ਼ੀ 'ਚ ਪਾ ਕੇ ਦੇ ਦੇਣਗੇ ਤੁਹਾਨੂੰ ਟੈਬਲੇਟਸ, ਨਾ ਤਾਂ ਉਹ ਤੁਹਾਨੂੰ ਟੈਬਲੇਟਸ ਦਾ ਨਾਮ ਪਤਾ, ਨਾ ਉਹ ਤੁਹਾਨੂੰ ਸਟੀਰੋਇਡਸ ਦਾ ਨਾਮ ਪਤਾ, ਨਾ ਤੁਹਾਨੂੰ ਪਤਾ ਵੀ ਕਿੰਨੇ mg ਆ, ਨਾ ਇਹ ਬਹੁਤ ਸਾਰੀ ਕੋਸ਼ਿਸ਼ ਕਰ ਰਹੇ ਨੇ। ਖਾਸ ਕਰ ਇਹ ਚੀਜ਼ਾਂ ਕਬੱਡੀ ਦੇ ਪਲੇਅਰ, ਜਿਹੜੇ ਕਬੱਡੀ ਦੇ ਪਲੇਅਰ ਨੇ ਉਹਨਾਂ ਨਾਲ ਹੁੰਦੀਆਂ ਨੇ। ਹਾਂ, 10 ਕੱਪ ਗ੍ਰੀਨ ਟੀ ਪੀਣਾ ਵੀ ਨੁਕਸਾਨਦਾਇਕ ਆ ਤੁਹਾਡੇ ਲਈ। ਜੇ ਤੁਸੀਂ ਦਿਨ ਦੇ ਵਿੱਚ 10-10 ਕੱਪ 12-12 ਕੱਪ, ਕਈ ਲੋਕ ਡਿਪੈਂਡ ਕਰ ਜਾਂਦੇ ਆ ਗ੍ਰੀਨ ਟੀ ਤੇ ਬਲੈਕ ਕਾਫੀ ਤੇ ਉਹ ਵੀ ਜ਼ਿਆਦਾ ਫਾਇਦੇਮੰਦ ਨਹੀਂ ਹੈ। ਜੇ ਤੁਸੀਂ ਸਿਰਫ ਦਿਨ ਦੇ ਵਿੱਚ ਗ੍ਰੀਨ ਟੀ ਪੀ ਰਹੇ ਹੋ ਤਾਂ ਉਹ ਨੁਕਸਾਨ ਹੀ ਆ ਬੋਡੀ ਦੇ ਵਿੱਚ। ਹਰ ਇੱਕ ਇਨਸਾਨ ਦਾ ਇੱਕ ਚੰਗੀ ਬੋਡੀ ਬਣਾਉਣ ਦਾ ਸੁਪਨਾ ਹੁੰਦਾ ਹੈ, ਇੱਕ 6 ਪੈਕ ਵਾਲੀ ਬੋਡੀ, ਇੱਕ ਬਰੋਡ ਚੈਸਟ ਵਾਲੀ ਬੋਡੀ। ਆਓ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਗਿਆਨ ਸ਼ਰਮਾ, ਜਾਣਦੇ ਹਾਂ ਕਿ ਇੱਕ ਚੰਗੀ ਬੋਡੀ ਕਿਸ ਤਰ੍ਹਾਂ ਬਣਦੀ ਹੈ। ਆਓ ਗੱਲਬਾਤ ਕਰਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਜੇ ਗੱਲ ਕਰੀਏ ਕਿ ਤੁਸੀਂ ਆਪਣੇ ਪਹਿਲਾਂ ਤੁਸੀਂ ਦੱਸ ਦਿਓ ਤੁਸੀਂ ਕੀ ਖੇਡਿਆ ਹੈ, ਮਤਲਬ ਕਿ ਕਿਸ ਚੀਜ਼ ਵਿਨਰ ਹੋਏ ਹੋ, ਇਸ ਬਾਰੇ ਜਾਣਕਾਰੀ ਦਿਓ। ਸਰ ਮੈਂ ਮਿਸਟਰ ਨਾਰਥ ਇੰਡੀਆ, ਮਿਸਟਰ ਏਸ਼ੀਆ, ਮਿਸਟਰ ਪੰਜਾਬ ਮੈਨੀ ਟਾਈਮਸ, ਮਿਸਟਰ ਪਟਿਆਲਾ ਮੈਨੀ ਟਾਈਮਸ, ਇਹ ਟਾਈਟਲਸ ਨੇ ਜੋ ਮੈਂ ਜਿੱਤ ਚੁੱਕਿਆ ਹਾਲੇ ਤੱਕ। ਤੇ ਇਸ ਤੋਂ ਇਲਾਵਾ ਮਸਲਮੀਨੀਆ, ਤੇ ਹੁਣ ਮੈਂ ਅਗਲੀ ਪ੍ਰੈਪ ਦੀ ਤਿਆਰੀ ਕਰ ਰਿਹਾ ਜੋ ਕਿ ਮਿਸਟਰ ਇੰਡੀਆ ਤੇ IFBB ਕਾਰਡ ਦੇ ਲਈ, ਜੋ ਕਿ ਸ਼ੇਰੂ ਕਲਾਸਿਕ ਆਪਣੇ ਮੁੰਬਈ ਜਾਂ ਦਿੱਲੀ ਦੇ ਵਿੱਚ ਹੁੰਦਾ ਹੈ। ਗੱਲ ਕਰਨ ਤੁਸੀਂ ਇੰਨਾ ਮਤਲਬ ਕਿੰਨਾ ਟਾਈਮ ਦਿੱਤਾ, ਕਿੰਨੇ ਕੁ ਸਾਲ ਤੁਹਾਨੂੰ ਹੋ ਗਿਆ ਜਿਮ ਕਰਦੇ ਹੋਏ? ਉਸ ਤੋਂ ਪਹਿਲਾਂ ਤੁਸੀਂ ਕਦੋਂ ਸ਼ੁਰੂਆਤ ਕੀਤੀ ਸੀ, ਕੀ ਹਿਸਾਬ ਸੀ? ਜਿਹੜੀ ਮੇਰੀ ਸ਼ੁਰੂਆਤ ਸੀ ਉਹ ਇੱਕ ਗੇਮ ਦੇ ਰਾਹੀਂ ਹੋਈ ਆ, ਜਿਹੜੀ ਕਿ ਮੈਂ ਐਥਲੈਟਿਕਸ ਕਰਦਾ ਸੀ। 2007 ਤੋਂ ਗੇਮ ਦੀ ਸਟਾਰਟਿੰਗ ਹੋਈ ਆ। ਮੈਂ 2007 ਤੋਂ ਹੀ ਵੇਟ ਟ੍ਰੇਨਿੰਗ ਕਰ ਰਿਹਾ। ਬਟ ਜੇ ਮੈਂ ਗੱਲ ਕਰਾਂ ਪ੍ਰੋਫੈਸ਼ਨਲ ਜਿਮ ਦੇ ਵਿੱਚ ਆਉਣਾ, ਮਤਲਬ ਜਿਸ ਦੇ ਵਿੱਚ ਟੋਟਲੀ ਜਿਮ ਦਾ ਇੱਕ ਬੋਡੀ ਬਿਲਡਰ ਵਰਕਆਊਟ ਜੋ ਕਰਦਾ ਹੈ, ਉਹ ਮੈਨੂੰ 2019 ਦੇ ਵਿੱਚ ਸਟਾਰਟ ਕੀਤੀ ਹੈ। ਤੇ ਅੱਜ 2021 ਤੋਂ ਅਪਰੋਕਸੀਮੇਟਲੀ 5 ਸਾਲ ਹੋਣ ਵਾਲੇ ਆ। ਹੋਣ ਵਾਲੇ ਆ। ਤੇ ਸਰ ਆਪਾਂ ਕੁਛ ਜਾਣਾਂਗੇ ਤੁਹਾਡੇ ਕੋਲ ਕੀ ਇੱਕ ਜਿਮ ਕਰਨ ਦਾ ਟਾਈਮਿੰਗ ਕੀ ਹੁੰਦੀ ਹੈ, ਪ੍ਰੋਪਰ ਬੋਡੀ ਬਣਨ ਦੀ, ਕਿਉਂਕਿ ਹਰ ਕਿਸੇ ਨੂੰ ਆਪਾਂ ਨੂੰ ਬੋਡੀ ਦਿਖਦੀ ਹੈ ਪਰ ਉਹਦੇ ਪਿੱਛੇ ਦੀ ਸਟਰਗਲ ਜਾਂ ਲਾਈਫ, ਇੱਕ ਮਿਹਨਤ ਨਹੀਂ ਲੋਕਾਂ ਨੂੰ ਦਿਖਦੀ। ਲੋਕ ਕਹਿੰਦੇ 6 ਪੈਕ ਮੇਰੇ ਬਣ ਜਾਣ, ਪਰ 6 ਪੈਕ ਦੇ ਪਿੱਛੇ ਮਿਹਨਤ ਉਹ ਜਾਣਦੇ ਆ ਕਿ ਇੱਕ ਚੰਗੀ ਬੋਡੀ ਬਣਾਉਣ ਲਈ ਕਿੰਨਾ ਟਾਈਮ ਬੰਦੇ ਨੂੰ ਜਿਮ 'ਚ ਗੁਜ਼ਾਰਨਾ ਚਾਹੀਦਾ ਹੈ। ਬੋਡੀ ਬਣਾਉਣ ਦੇ ਲਈ ਆਪਾਂ ਨੂੰ ਬਹੁਤ ਪੇਸ਼ੈਂਸ ਚਾਹੀਦੀ ਆ, ਕਿਉਂਕਿ ਬੋਡੀ ਬਣਾਉਣਾ ਬਹੁਤ ਹੀ ਔਖਾ ਕੰਮ ਹੈ। ਲੋਹੇ ਦੇ ਨਾਲ ਮੱਥਾ ਮਾਰਨਾ ਬਹੁਤ ਹੀ ਔਖਾ ਕੰਮ ਹੈ। ਪਲੱਸ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਐਕਸਪੈਂਸ ਦੀ, ਤਾਂ ਐਕਸਪੈਂਸ ਵੀ ਬਹੁਤ ਜ਼ਿਆਦਾ ਹੈ ਗੇਮ ਦੇ ਵਿੱਚ। ਇਹ ਗੇਮ ਦੇ ਵਿੱਚ ਜੇ ਤੁਸੀਂ ਬੋਡੀ ਬਿਲਡਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਨੋਰਮਲ ਫਿਟਨੈਸ ਦੇ ਵਿੱਚ ਇੰਨਾ ਐਕਸਪੈਂਸ ਨਹੀਂ ਆਉਂਦਾ ਜਿੰਨਾ ਕਿ ਇੱਕ ਬੋਡੀ ਬਿਲਡਿੰਗ ਜਾਂ ਐਥਲੈਟਿਕਸ ਜਾਂ ਜੋ ਵੀ ਆਪਾਂ ਇਵੈਂਟ ਗੇਮ ਸਪੋਰਟਸਮੈਨ ਕਰਦਾ ਉਹਦੇ ਵਿੱਚ। ਪਰ ਆਪਾਂ ਇੱਥੇ ਬੋਡੀ ਬਿਲਡਿੰਗ ਦੀ ਗੱਲ ਕਰ ਰਹੇ ਹਾਂ, ਫਿਟਨੈਸ ਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਇੰਨਾ ਐਕਸਪੈਂਸ ਨਹੀਂ ਆਉਂਦਾ ਜਿੰਨਾ ਕਿ ਲੋਕ ਬਣਾਉਂਦੇ ਆ। ਹਾਂ, ਪਰ ਇੱਕ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਬੋਡੀ ਬਿਲਡਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਗੇਮ ਆ ਬੋਡੀ ਬਿਲਡਿੰਗ। ਤੇ ਜੇ ਆਪਾਂ ਬੋਡੀ ਬਣਾਉਣ ਦੀ ਗੱਲ ਕਰੀਏ ਤਾਂ ਇਹ ਬੰਦੇ ਦੀ ਮਿਹਨਤ ਤੇ ਡਿਪੈਂਡ ਆ, ਬੰਦੇ ਦੇ ਲਗਨ ਤੇ ਡਿਪੈਂਡ ਆ, ਬੰਦੇ ਦੀ ਡਾਈਟ ਤੇ ਡਿਪੈਂਡ ਆ, ਉਹ ਚੀਜ਼ ਤੇ ਡਿਪੈਂਡ ਆ ਜਿਹੜੀ ਚੀਜ਼ ਉਹ ਕੋਚ ਕਹਿੰਦਾ ਉਹਨੂੰ ਫੋਲੋ ਕਰਨ ਨੂੰ। ਜੇ ਉਹ ਚੀਜ਼ ਐਗਜ਼ੈਕਟ ਫੋਲੋ ਕਰ ਰਿਹਾ ਉਹ ਬੰਦਾ, ਤਾਂ ਓਬਵੀਅਸ ਜੀ ਗੱਲ ਆ ਕਿ ਬਹੁਤ ਹੀ ਜਲਦੀ ਰਿਜ਼ਲਟ ਆਉਂਦਾ ਉਹਦੀ ਬੋਡੀ ਦਾ। ਸਰ ਗੱਲ ਕਰੀਏ ਕਿ ਜਿਵੇਂ ਦੇਖਿਆ ਜਾਂਦਾ ਕਈ ਸਟਾਰਾਂ ਦਾ ਇੱਕ ਜਲਦੀ ਮਹੀਨੇ 'ਚ 6 ਪੈਕ ਆ ਜਾਂਦੇ ਨੇ, ਹਨਾ, ਇਹ ਕਿਵੇਂ ਇੰਨੀ ਜਲਦੀ ਦਾ ਕਿਵੇਂ ਰਾਜ ਜਲਦੀ ਹੋ ਜਾਂਦਾ, ਮਤਲਬ ਕਿ ਸਭ ਕੁਛ 6 ਪੈਕ ਆਉਣਾ ਕੋਈ ਵੱਡੀ ਗੱਲ ਨਹੀਂ ਹੈ। ਬਟ ਹਾਂ, ਜੇ ਤੁਸੀਂ ਕਹਿੰਦੇ ਹੋ ਵੀ ਮੈਂ ਮਹੀਨੇ ਦੇ ਵਿੱਚ ਜਾਂ 3 ਮਹੀਨੇ ਦੇ ਵਿੱਚ ਆਪਣੀ ਬੋਡੀ ਫੈਟ ਪਰਸੈਂਟੇਜ ਨੂੰ 3% ਤੇ ਲਿਆਵਾਂ, 4% ਤੇ ਲਿਆਵਾਂ, ਤਾਂ ਉਸ ਦੇ ਲਈ ਆਪਾਂ ਨੂੰ ਕੁਛ ਬਾਹਰਲੀ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਹੈਗਾ। ਲਾਈਕ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਟੀਰੋਇਡਸ, ਜੇ ਆਪਾਂ ਬੋਡੀ ਨੂੰ ਲਾਈਕ 50% ਬੋਡੀ ਫੈਟ ਤੋਂ ਆਪਾਂ 3% ਬੋਡੀ ਫੈਟ ਤੇ ਲੈ ਕੇ ਆਉਣਾ ਗਾ, ਉਹ ਵੀ 3 ਮਹੀਨੇ ਦੇ ਵਿੱਚ, ਤਾਂ ਆਪਾਂ ਨੂੰ ਓਬਵੀਅਸ ਜੀ ਗੱਲ ਹੈ ਕਿ ਸਟੀਰੋਇਡ ਦਾ ਸਹਾਰਾ ਲੈਣਾ ਪੈਂਦਾ। ਗੱਲ ਕਰੀਏ ਕਿ ਮੈਂ ਕਈ ਗੱਲਾਂ ਕਹੀ ਜਾਂਦੀਆਂ ਨੇ ਜਿਮਿੰਗ ਵਿੱਚ ਵੀ, ਮੈਂ ਬੋਡੀ ਬਣਾ ਲਈ, ਮੈਂ ਕੁਛ ਨਹੀਂ ਖਾਧਾ,
ਕਈਆਂ ਦੇ ਹੁੰਦੇ ਆ ਵੀ YouTube ਤੇ ਵੀ ਦੇਖਿਆ ਕਹਿੰਦੇ ਕਿ ਅਸੀਂ ਬੋਡੀ ਬਣ ਗਈ ਸਾਡੀ ਤੇ ਨਾ ਪ੍ਰੋਟੀਨ ਲਿਆ, ਅਸੀਂ ਨੈਚੁਰਲ ਡਾਈਟ ਲੈ ਰਹੇ ਹਾਂ। ਇਹਨੇ 'ਚ ਕਿੰਨੀ ਸੱਚਾਈ ਹੈ ਕਿ ਇੱਕ ਨੈਚੁਰਲ ਡਾਈਟ ਨਾਲ ਇੱਕ ਬੰਦਾ ਗੇਮ ਖੇਡ ਸਕਦਾ ਜਾਂ ਇੱਕ ਗੇਮ ਵਾਲਾ ਬੋਡੀ ਬਣ ਸਕਦੀ ਹੈ? ਵੈਸੇ ਨੈਚੁਰਲ ਡਾਈਟ ਦੇ ਨਾਲ ਨੋ ਡਾਊਟ ਬਾਡੀ ਬਣ ਸਕਦੀ ਹੈ, ਪਰ ਉਸ ਲੈਵਲ ਦੀ ਬਾਡੀ ਨਹੀਂ ਬਣ ਸਕਦੀ ਜਿਸ ਲੈਵਲ ਦੀ ਆਪਾਂ ਦੇਖਦੇ ਹਾਂ ਯੂਟਿਊਬਰਾਂ ਦੀ, ਜਾਂ ਕਈ ਫੋਟੋ ਸ਼ੂਟ ਜਿਹੜੇ ਕਰਾਉਂਦੇ ਆ ਪ੍ਰੋਫੈਸ਼ਨਲ ਮਾਡਲਸ ਜੋ ਫੋਟੋ ਸ਼ੂਟ ਕਰਾਉਂਦੇ ਆ। ਕਿਉਂਕਿ ਤੁਸੀਂ 9 ਇੰਚ ਦੇ 19 ਇੰਚ ਦੇ ਡੋਲੇ ਬਾਈਸੈਪਸ ਤੁਸੀਂ ਲੈ ਕੇ ਤੇ 3% ਬਾਡੀ ਫੈਟ ਨੂੰ ਤੁਸੀਂ ਕਹੋਗੇ ਵੀ ਮੈਂ ਨੈਚੁਰਲ ਆ, ਤਾਂ ਉਹ ਇੰਪੋਸੀਬਲ ਗੱਲ ਆ। ਉਹ ਨੈਚੁਰਲ ਵੇ ਦੇ ਨਾਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਇਹ ਨੈਚੁਰਲ ਵੇ ਦੇ ਨਾਲ। ਇਹ ਲੋਕਾਂ ਨੂੰ ਬੇਵਕੂਫ ਬਣਾਉਣ ਲਈ, ਲੋਕਾਂ ਨੂੰ ਅਟਰੈਕਟ ਕਰਨ ਲਈ ਆਪਦੇ ਵੱਲੋਂ ਕਿ ਹਾਂ ਕਿ ਇਹ ਮੈਂ ਆਪਣੀ ਬਾਡੀ ਫੈਟ ਪਰਸੈਂਟੇਜ ਨੂੰ, ਬਹੁਤ ਸਾਰੇ ਤੁਸੀਂ ਟਰਾਂਸਫਰਮੇਸ਼ਨਾਂ ਦੇਖੀਆਂ ਹੋਣਾ ਜਿਹੜੇ ਕਿ ਉੱਥੇ ਪੋਸਟ ਪਾਉਂਦੇ ਨੇ ਕਿ ਮੈਂ 3 ਮਹੀਨੇ 'ਚ ਇੰਨੇ ਟਰਾਂਸਫਰਮੇਸ਼ਨਾਂ ਕਰ ਦਿੱਤੀਆਂ ਨੇ, ਪਰ ਇਹ ਐਕਚੁਅਲ ਦੇ ਵਿੱਚ ਨਹੀਂ ਹੁੰਦਾ। ਉਹਨਾਂ ਦੀ ਸਾਲੋ ਸਾਲ ਪੁਰਾਣੀਆਂ ਫੋਟੋਆਂ ਚੱਕ ਕੇ ਤੇ ਤੁਸੀਂ ਰੀਸੈਂਟਲੀ ਫੋਟੋ ਚੱਕ ਕੇ ਜਿਹੜੀ ਕਿ ਉਹ ਬੰਦੇ ਨੇ ਟਰਾਂਸਫਰਮੇਸ਼ਨ ਕੀਤੀ ਆ, ਉਹਨੂੰ 3 ਮਹੀਨੇ ਦੇ ਵਿੱਚ 4 ਮਹੀਨੇ ਦੇ ਵਿੱਚ ਲਿਖ ਕੇ ਪਾ ਦਿੰਦੇ ਵੀ ਕਿ ਮੈਂ 3 ਮਹੀਨੇ 'ਚ 4 ਮਹੀਨੇ 'ਚ ਇਹਦੀ ਟਰਾਂਸਫਰਮੇਸ਼ਨ ਕੀਤੀ ਆ। ਉਹ ਜਸਟ ਇੱਕ ਸ਼ੋਸ਼ੇਬਾਜ਼ੀ ਕਹਿ ਸਕਦੇ ਇਹਨੂੰ ਕਿ ਇੱਕ ਸ਼ੋਸ਼ੇਬਾਜ਼ੀ ਦੇ ਲਈ। ਕਰੀ ਤੁਸੀਂ ਐਂ ਕਹਿਣਾ ਚਾਹੋਗੇ ਕਿ ਬਿਨਾਂ ਸਟੀਰੋਇਡਸ ਤੋਂ ਬੰਦਾ ਪ੍ਰੋਪਰ ਬੋਡੀ ਜਿਵੇਂ ਗੇਮਿੰਗ ਵਾਲੀ ਬੋਡੀ ਨਹੀਂ ਬਣਾ ਸਕਦਾ? ਹਾਂ, ਡਿਪੈਂਡ ਕਰਦਾ ਗੇਮ ਕਿਹੜਾ ਕਰ ਰਿਹਾ ਬੰਦਾ। ਜੇ ਬਾਡੀ ਬਿਲਡਿੰਗ ਗੱਲ ਕਰਦੇ ਆ, ਪਤਾ ਬਾਡੀ ਬਿਲਡਿੰਗ ਵਿਦਆਊਟ ਸਟੀਰੋਇਡ ਪੋਸੀਬਲ ਨਹੀਂ ਹੈ, ਵਿਦਆਊਟ ਸਟੀਰੋਇਡ ਪੋਸੀਬਲ ਨਹੀਂ ਹੈ। ਮੈਂ ਬਾਰ-ਬਾਰ ਕਹਿ ਰਿਹਾ ਬਾਡੀ ਬਿਲਡਿੰਗ ਵਿਦਆਊਟ ਸਟੀਰੋਇਡ ਪੋਸੀਬਲ ਨਹੀਂ ਹੈ। ਹਾਂ, ਇੱਕ ਤੁਸੀਂ ਫਿਟਨੈਸ ਪੋਸੀਬਲ ਹੈ, ਤੁਸੀਂ ਐਬਸ ਬਣਾਉਣਾ ਚਾਹੁੰਦੇ ਹੋ ਉਹ ਪੋਸੀਬਲ ਆ, ਬਟ ਜੇ ਤੁਸੀਂ ਗੱਲ ਕਰਦੇ ਹੋ ਬਾਡੀ ਬਿਲਡਿੰਗ ਤਾਂ ਉਹ ਬਾਡੀ ਬਿਲਡਿੰਗ ਪੋਸੀਬਲ ਨਹੀਂ ਹੈ, ਪੋਸੀਬਲ ਨਹੀਂ ਹੈਗਾ। ਤੇ ਮੋਸਟਲੀ ਆਪਾਂ ਦੇਖਦੇ ਹਾਂ ਕਿ ਜਿਵੇਂ ਕਈ ਲੋਕ ਕਹਿੰਦੇ ਆ ਕਿ ਮੈਂ 1 ਮਹੀਨੇ 'ਚ 10 ਕਿਲੋ ਵੇਟ ਘਟਾ ਲਿਆ, ਜਾਂ ਕਈਆਂ ਦਾ ਹੁੰਦਾ ਹੈ ਕਿ ਪਾਣੀ ਨਹੀਂ ਪੀਣਾ, ਨਮਕ ਨਹੀਂ ਲੈਣਾ ਹੈਗਾ। ਤੁਹਾਨੂੰ ਲੱਗਦਾ ਕਿ ਉਹ ਵੇਟ ਉਹ ਸਾਲ ਭਰ ਮੇਨਟੇਨ ਕਰ ਪਾਉਣਗੇ ਜੇ ਜਲਦੀ ਘਟੇਗਾ? 1 ਮਹੀਨੇ ਦੇ ਵਿੱਚ 10 ਕਿਲੋ ਵੇਟ ਘਟਾਉਣਾ ਮਤਲਬ ਕਿ ਤੁਸੀਂ ਬਹੁਤ ਹੀ ਜ਼ਿਆਦਾ ਗਲਤੀਆਂ ਕਰ ਰਹੇ ਹੋ ਉਸ ਦੇ ਵਿੱਚ, ਬਹੁਤ ਹੀ ਜ਼ਿਆਦਾ। ਜੇ ਤੁਸੀਂ 1 ਮਹੀਨੇ 'ਚ 10 ਕਿਲੋ ਘਟਾ ਰਹੇ ਹੋ ਤਾਂ ਓਬਵੀਅਸ ਜੀ ਗੱਲ ਉਹ ਬਹੁਤ ਜਲਦੀ ਵੇਟ ਵਧੇਗਾ। ਹਾਂ, ਜੇ ਤੁਸੀਂ 1 ਮਹੀਨੇ ਦੇ ਵਿੱਚ 3 kg 2 kg ਵੇਟ ਘਟ ਰਿਹਾ ਤਾਂ ਉਹ ਵੇਟ ਜਲਦੀ ਨਹੀਂ ਵਧੇਗਾ। ਉਹ ਇਟ ਮੀਨ ਕਿ ਉਹ ਥੋੜਾ ਫੈਟ ਹੀ ਘੱਟ ਹੋ ਰਿਹਾ, ਵਾਟਰ ਵੇਟ ਨਹੀਂ ਘਟ ਰਿਹਾ। 10 ਕਿਲੋ ਜੇ 1 ਮਹੀਨੇ 'ਚ 10 ਕਿਲੋ ਘਟਾਉਣਾ ਤਾਂ ਉਹ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ, ਇੱਕ ਕਹਿੰਦੇ ਆ ਵੀ ਬਹੁਤ ਜ਼ਿਆਦਾ ਹਿੰਦੀ 'ਚ ਵਰਡ ਯੂਜ਼ ਕਰਦੇ ਕਸ਼ਟ ਦੇ ਕੇ ਉਹਨੂੰ ਘਟਾਉਣਾ। ਪਲੱਸ ਉਸੇ ਤੋਂ ਤੁਹਾਨੂੰ ਕਈ ਪ੍ਰੋਬਲਮ ਵੀ, ਮੈਡੀਕਲ ਇਸ਼ੂ ਵੀ ਆ ਸਕਦੇ ਆ, ਤੁਹਾਨੂੰ ਵੀਕਨੈਸ ਵੀ ਆ ਸਕਦੀ ਹੈ, ਤੁਹਾਨੂੰ ਤੁਹਾਡੇ ਇੰਟਰਨਲ ਔਰਗਨਸ 'ਚ ਵੀ ਉਹ ਇੰਪੈਕਟ ਪੈ ਸਕਦਾ। ਤਾਂ 1 ਮਹੀਨੇ ਦੇ ਵਿੱਚ ਮੈਂ ਕਦੇ ਵੀ ਪ੍ਰੈਫਰ ਨਹੀਂ ਕਰੂੰਗਾ ਕਿ ਤੁਸੀਂ ਇੰਨੀ ਜਲਦਬਾਜ਼ੀ ਦੇ ਵਿੱਚ ਵੀ ਆਪਣਾ ਤੁਸੀਂ ਇੰਨਾ ਬਾਡੀ ਵੇਟ ਘਟਾਓ। ਗੱਲ ਕਰੀਏ ਕਿ ਮੋਸਟਲੀ ਆਪਾਂ ਦੇਖਦੇ ਹਾਂ ਕਿ ਕਈਆਂ ਦਾ ਕਹਿੰਦੇ ਵੀ ਸਟੀਰੋਇਡ ਲੈ ਲਿਆ ਉਸ ਤੋਂ ਬਾਅਦ ਉਹਨੂੰ ਦਿੱਕਤਾਂ ਆਉਣੀ ਸ਼ੁਰੂ ਹੋ ਜਾਂਦੀਆਂ ਇੱਕ 40-45 ਦੀ ਸਾਲ ਤੋਂ ਬਾਅਦ। ਇਹ ਸਭ ਕੁਝ ਆਉਂਦਾ ਜਾਂ ਨਹੀਂ ਆਉਂਦਾ? ਸਰ ਦੇਖੋ, ਤੁਸੀਂ ਅਰਨੋਲਡ ਦਾ ਨਾਮ ਤਾਂ ਹਰੇਕ ਨੇ ਸੁਣਿਆ ਹੋਣਾ, ਹੈ ਨਾ? ਹਾਂ, ਗੱਲ ਹੁੰਦੀ ਆ ਸਟੀਰੋਇਡ ਲੈਣਾ ਕਿਵੇਂ ਆ, ਕਿਹਦੀ ਗਾਈਡੈਂਸ 'ਤੇ ਲੈਣਾ ਗਾ, ਤੁਹਾਡੇ ਉੱਪਰ ਕੌਣ ਬੈਠਾ ਜੋ ਤੁਹਾਨੂੰ ਕਰਾ ਰਿਹਾ ਗਾ। ਹੁਣ ਅੱਜ ਕੱਲ੍ਹ ਦੇ ਜਿਹੜੀ ਜਨਰੇਸ਼ਨ ਆ, ਯੰਗ ਜਨਰੇਸ਼ਨ, ਮੇਰੇ ਨਾਲ ਵੀ ਕਈ ਐਥਲੀਟਸ ਵਰਕਆਊਟ ਕਰਦੇ ਨੇ, ਅਤੇ ਜਦ ਅਸੀਂ ਪ੍ਰੋਫੈਸ਼ਨਲ ਆ ਸਰ, ਅਸੀਂ ਹੈ ਨਾ, ਅਸੀਂ ਬਾਡੀ ਬਿਲਡਰ ਕਰਦੇ ਹਾਂ, ਪਰ ਜਿਹੜੇ ਨਾਲ ਸਾਡੇ ਨਾਲ ਯੂਜ਼ ਕਰਦੇ ਨੇ ਇਹ ਚੀਜ਼ਾਂ, ਤਾਂ ਉਹ ਕਈ ਇਹੋ ਜਿਹੇ ਐਥਲੀਟ ਨੇ ਜੋ ਵਿਦਆਊਟ ਗਾਈਡੈਂਸ ਯੂਜ਼ ਕਰ ਰਹੇ ਨੇ, ਸਿਰਫ ਗੂਗਲ ਜਾਂ ਯੂਟਿਊਬ ਦੀ ਹੈਲਪ ਦੇ ਕਰਕੇ। ਅਤੇ ਗੂਗਲ ਅਤੇ ਯੂਟਿਊਬ ਦੀ ਹੈਲਪ, ਰਿਸਰਚ, ਹੁਣ ਇਹ ਨਹੀਂ ਪਤਾ ਵੀ ਕਿੰਨੇ ਬਾਡੀ ਫੈਟ ਪਰਸੈਂਟੇਜ ਦੇ ਬੰਦੇ ਦੀ ਕੀਤੀ ਹੋਈ ਆ, ਕਿੰਨੀ ਹਾਈਟ ਸੀ ਉਹਦੀ, ਕਿੰਨਾ ਵੇਟ ਸੀਗਾ, ਕਿਸ 'ਤੇ ਟੈਸਟ ਹੋਇਆ, ਕਿਹੜੇ ਲੈਵਲ ਦਾ ਟੈਸਟ ਹੋਇਆ, ਤੁਸੀਂ ਉਹ ਚੀਜ਼ ਨੂੰ ਚੱਕ ਕੇ ਤੁਸੀਂ ਆਪਣੇ ਬਾਡੀ 'ਤੇ ਯੂਜ਼ ਕਰ ਰਹੇ ਹੋ, ਅਤੇ ਇਹ ਚੀਜ਼ ਬਹੁਤ ਗਲਤ ਆ। ਜੇ ਤੁਸੀਂ ਕਰ ਰਹੇ ਹੋ ਤਾਂ ਇੱਕ ਪ੍ਰੋਪਰ ਗਾਈਡੈਂਸ 'ਤੇ ਹੀ ਕਰਨਾ ਇਹ ਚੀਜ਼, ਬਿਕਾਜ਼ ਇਹ ਚੀਜ਼ ਬਹੁਤ ਹੀ ਸਾਈਡ ਇਫੈਕਟ ਦਿੰਦੀਆਂ ਨੇ ਜੇ ਤੁਸੀਂ ਵਿਦਆਊਟ ਗਾਈਡੈਂਸ ਕਰਦੇ ਹੋ। ਤਾਂ ਜੇ ਗਾਈਡੈਂਸ 'ਚ ਵੀ ਕਰਦੇ ਹੋ ਤਾਂ ਇਹੋ ਜਿਹੇ ਕੋਚ ਤੋਂ ਗਾਈਡੈਂਸ ਲਓ ਜਿਹਨੂੰ ਇਹ ਚੀਜ਼ ਦੀ ਨੌਲੇਜ ਹੋਵੇ, ਜਿਹਨੂੰ ਇਹ ਚੀਜ਼ ਦਾ ਐਕਸਪੀਰੀਅੰਸ ਹੋਵੇ, ਇੱਕ ਐਜੂਕੇਟਡ ਹੋਵੇ। ਇੱਕ ਅਨਐਜੂਕੇਟਡ ਬੰਦਿਆਂ ਤੋਂ ਨਹੀਂ। ਇੱਕ ਮੈਂ ਤੁਹਾਨੂੰ ਦੱਸ ਰਿਹਾ, ਕੁਝ ਲੁਧਿਆਣੇ ਦੇ ਕੋਚ ਨੇ ਜਿਹੜੇ ਕਿ ਸਟੀਰੋਇਡਸ ਦਿੰਦੇ ਨੇ, ਜਿਨ੍ਹਾਂ 'ਤੇ ਨਾ ਕਿ ਲੈਵਲ ਲਿਖਿਆ, ਇੱਕ ਸ਼ੀਸ਼ੀ 'ਚ ਪਾ ਕੇ ਦੇ ਦੇਣਗੇ ਤੁਹਾਨੂੰ ਟੈਬਲੇਟਸ, ਨਾ ਤਾਂ ਉਹ ਤੁਹਾਨੂੰ ਟੈਬਲੇਟਸ ਦਾ ਨਾਮ ਪਤਾ, ਨਾ ਉਹ ਤੁਹਾਨੂੰ ਸਟੀਰੋਇਡਸ ਦਾ ਨਾਮ ਪਤਾ, ਨਾ ਤੁਹਾਨੂੰ ਪਤਾ ਵੀ ਕਿੰਨੇ MG ਆ, ਨਾ। ਇਹ ਬਹੁਤ ਸਾਰੇ ਕੋਚ ਕਰ ਰਹੇ ਨੇ। ਇਹ ਖਾਸ ਕਰ ਇਹ ਚੀਜ਼ਾਂ ਕਬੱਡੀ ਦੇ ਪਲੇਅਰ, ਜਿਹੜੇ ਕਬੱਡੀ ਦੇ ਪਲੇਅਰ ਨੇ ਉਹਨਾਂ ਨਾਲ ਹੁੰਦੀਆਂ ਨੇ। ਤੇ ਮੋਸਟਲੀ ਸਰ ਗੱਲ ਕਰੀਏ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਬੰਦਾ ਸਾਲ ਭਰ ਜਿਵੇਂ ਇੱਕ ਬੋਡੀ ਦੇਖਦੇ, ਇੱਕ ਆਪਾਂ ਜਦੋਂ ਸ਼ੋਅ ਹੁੰਦਾ ਉਦੋਂ ਬੋਡੀ ਦੇਖਦੇ ਹਾਂ, ਆਪਾਂ ਗੇਮ ਹੁੰਦੀ ਆ, ਉਹੀ ਬੋਡੀ ਸਾਲ ਭਰ ਮੇਨਟੇਨ ਰਹਿ ਸਕਦੀ ਬੰਦੇ ਦੀ? ਨਹੀਂ ਰਹਿ ਸਕਦੀ ਸਰ। ਉਹ ਬੋਡੀ ਬਹੁਤ ਹੀ ਜ਼ਿਆਦਾ ਆਪਾਂ ਦੇਖਣ 'ਚ ਸੋਹਣੀ ਲੱਗਦੀ ਹੈ, ਪਰ ਉਸ ਟਾਈਮ ਦੀ ਸਭ ਤੋਂ ਵੀਕ ਬੋਡੀ ਮੰਨੀ ਜਾਂਦੀ ਆ। ਉਸ ਟਾਈਮ ਸਾਡਾ ਬਹੁਤ ਹੀ ਵੀਕ ਪੁਆਇੰਟ ਹੁੰਦਾ। ਅਸੀਂ ਨਾ ਤਾਂ ਸਾਡੇ 'ਚ ਉਸ ਟਾਈਮ ਬੋਲਣ ਦੀ ਹਿੰਮਤ ਹੁੰਦੀ ਆ, ਨਾ ਸਾਨੂੰ ਕੋਈ ਮੂਵਮੈਂਟ ਕਰਨ ਦੀ ਹਿੰਮਤ ਹੁੰਦੀ ਹੈ। ਬਸ ਸਾਨੂੰ ਇਹ ਹੁੰਦਾ ਕਿ ਬਸ ਕੰਪੀਟੀਸ਼ਨ ਨਿਬੜੇ, ਅਸੀਂ ਖਾਈਏ ਪੀਏ, ਆਪਦਾ ਦੁਬਾਰਾ ਪੁਰਾਣੀ ਲਾਈਫ 'ਤੇ ਆਈਏ। ਸਾਡੀ ਜਿਹੜੀ ਆਪਾਂ ਇੱਕ ਕਹਿ ਸਕਦੇ ਹਾਂ ਵੀ ਨੈਚੁਰਲ ਫੈਟ ਪਰਸੈਂਟ ਜਿਹੜਾ ਆਪਾਂ ਸਾਲੋ ਸਾਲ ਮੇਨਟੇਨ ਰੱਖ ਸਕਦੇ ਹਾਂ, ਉਹ 10 ਤੋਂ 12% ਜਾਂ 8 ਤੋਂ 10% ਆਪਾਂ ਰੱਖ ਸਕਦੇ ਹਾਂ। ਇੰਨਾ ਮੇਨਟੇਨ ਆਪਾਂ
ਹੱਦ ਰੱਖ ਸਕਦੇ ਆ ਵਧੀਆ ਲੈਵਲ ਤੇ, ਇੱਕ ਨੈਚੁਰਲ ਵੇ ਦੇ ਨਾਲ ਵੀ ਰੱਖ ਸਕਦੇ ਆ ਇੰਨਾ ਕੁ 12% ਤੱਕ। ਪਰ ਜੇ ਆਪਾਂ ਗੱਲ ਕਰੀਏ 3% 4% ਬੋਡੀ ਫੈਟ ਤਾਂ ਉਹ ਥੋੜਾ ਯੂਜ਼ ਕਰਨਾ ਪੈਂਦਾ ਸਰ ਸਟੀਰੋਇਡ। ਗੱਲ ਕਰੀਏ ਗ੍ਰੀਨ ਟੀ, ਬਲੈਕ ਕਾਫੀ, ਇਹਦੀ ਬੜੀ ਐਡ ਆਉਂਦੀ ਅੱਜ ਕੱਲ੍ਹ। ਬੰਦਾ ਸੋਚਦਾ ਵੀ ਮੈਂ ਗ੍ਰੀਨ ਟੀ ਪੀ ਲਈ ਤੇ ਮੈਂ ਤੇ ਪੀ ਕੇ ਪਤਲਾ ਹੋ ਜਾਣਾ। ਇਸ ਗੱਲ 'ਚ ਰਿਐਲਿਟੀ ਹੈ ਕਿ ਬੰਦਾ ਗ੍ਰੀਨ ਟੀ ਕੇ ਪਤਲਾ ਹੋ ਜਾਊਗਾ? ਹੁਣ ਤੁਸੀਂ ਸਰ ਸਾਰਾ ਡੇ ਹਾਈ ਕੈਲਰੀਜ਼ ਅਮਾਊਂਟ ਵਾਲੀਆਂ ਚੀਜ਼ਾਂ ਖਾਣੀਆਂ, ਸਮੋਸੇ ਖਾਣੇ, 버ਗਰ ਖਾਣੇ, 10-10 ਰੋਟੀਆਂ ਖਾਣੀਆਂ, ਚਾਵਲ ਖਾਣੇ, ਹੈ ਨਾ, ਮਤਲਬ ਬਹੁਤ ਹੀ ਜ਼ਿਆਦਾ ਹਾਈ ਕੈਲਰੀਜ਼ ਵਾਲੀਆਂ ਚੀਜ਼ਾਂ ਖਾਣੀਆਂ, ਜੇ ਆਪਣੀ ਬੋਡੀ ਵੇਟ ਤੋਂ ਉੱਪਰ ਜਾ ਕੇ ਕੈਲਰੀਜ਼ ਖਾ ਲੈਣੀਆਂ, ਅਤੇ ਇੱਕ ਗ੍ਰੀਨ ਟੀ ਉੱਥੇ ਕੀ ਕੰਮ ਕਰੇਗੀ? ਗ੍ਰੀਨ ਟੀ ਨੋ ਡਾਊਟ ਤੁਹਾਡੀ ਸਿਹਤ ਲਈ ਚੰਗੀ ਆ, ਮੈਟਾਬੋਲਿਜ਼ਮ ਨੂੰ ਸਹੀ ਰੱਖਦੀ ਆ, ਡਾਈਜੈਸਟਿਵ ਸਿਸਟਮ ਨੂੰ ਸਹੀ ਰੱਖਦੀ ਆ, ਅਤੇ ਹੋਰ ਵੀ ਬਹੁਤ ਸਾਰੇ ਕਈ ਫਾਇਦੇ ਨੇ। ਪਰ ਇਸ ਤੋਂ ਇਲਾਵਾ ਜਿਹੜੀ ਬਾਕੀ ਦੀ ਡੇਲੀ ਰੂਟੀਨ ਆ, ਤੁਹਾਡੀ ਡੇ ਦੀ ਰੂਟੀਨ ਆ, ਉਹ ਵੀ ਚੀਜ਼ ਤਾਂ ਫੋਲੋ ਕਰਨੀ ਆ, ਤਾਂ ਹੀ ਜਾ ਕੇ ਗ੍ਰੀਨ ਟੀ ਵੀ ਅਸਰ ਕਰੇਗੀ ਜਾਂ ਫਾਇਦਾ ਦੇਗੀ। ਨਹੀਂ ਆਪਾਂ ਨਾਲ ਪਹਿਲਾਂ ਬਰਫੀ ਖਾ ਲਈਏ ਤੇ ਨਾਲ ਗ੍ਰੀਨ ਟੀ ਪੀ ਲਈਏ ਤਾਂ ਫਾਇਦਾ ਦੇ? ਨਹੀਂ ਨਹੀਂ, ਇਹਦਾ ਫਿਰ ਕੋਈ ਫਾਇਦਾ ਨਹੀਂ ਆ, ਉਹ ਤਾਂ ਫਿਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਬੰਦਾ। ਇਹਦਾ ਤਾਂ ਕੋਈ ਫਾਇਦਾ ਨਹੀਂ, ਚਾਹੇ ਤੁਸੀਂ 10 ਕੱਪ ਗ੍ਰੀਨ ਟੀ ਪੀ ਲਓ, ਪਰ ਹਾਂ 10 ਕੱਪ ਗ੍ਰੀਨ ਟੀ ਪੀਣਾ ਵੀ ਨੁਕਸਾਨਦਾਇਕ ਆ ਤੁਹਾਡੇ ਲਈ। ਜੇ ਤੁਸੀਂ ਦਿਨ ਦੇ ਵਿੱਚ 10-10 ਕੱਪ 12-12 ਕੱਪ, ਕਈ ਲੋਕ ਡਿਪੈਂਡ ਕਰ ਜਾਂਦੇ ਆ ਗ੍ਰੀਨ ਟੀ ਤੇ ਬਲੈਕ ਕਾਫੀ ਤੇ, ਅਤੇ ਉਹ ਵੀ ਜ਼ਿਆਦਾ ਫਾਇਦੇਮੰਦ ਨਹੀਂ ਹੈ। ਜੇ ਤੁਸੀਂ ਸਿਰਫ ਦਿਨ ਦੇ ਵਿੱਚ ਗ੍ਰੀਨ ਟੀ ਪੀ ਰਹੇ ਹੋ ਤਾਂ ਉਹ ਨੁਕਸਾਨ ਹੀ ਆ ਬੋਡੀ ਦੇ ਵਿੱਚ। पर ये ना यूट्यूब पे मैंने मैं एक दिन खोल लिया तो देखा है कि इसे लिखा है 1 हफ्ते में घटाएं 7 से 8 किलो वजन, ये इस्तेमाल करें। ये तो कोई हैगा सच्चाई कि इतना इस्तेमाल करें हो जाएगा? ਇਹ ਪ੍ਰਮੋਸ਼ਨ ਹੈ ਸਰ। ਜੇ ਤੁਸੀਂ ਪ੍ਰਮੋਸ਼ਨ ਕਰਨੀ ਆ ਤਾਂ ਤੁਹਾਨੂੰ ਲਿਖਣਾ ਪੈਣਾ ਵੀ 1 ਹਫ਼ਤੇ ਮੈਂ ਘਟਾਏ। ਅਗਲਾ ਕਹਿੰਦਾ ਵੀ ਚਲੋ ਦੇਖ ਤਾਂ ਲਈਏ ਕੀ ਘਟਾਉਂਦਾ, 1 ਹਫ਼ਤੇ ਦੇ ਪੈਸੇ ਭਰਦਾ, ਕਹਿੰਦਾ ਉਸ ਤੋਂ ਬਾਅਦ ਉਹ ਹਫ਼ਤੇ ਦੇ ਵਿੱਚ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਤਾਂ ਗਲਤੀਆਂ ਨਿਕਲਦੀਆਂ ਨੇ। ਹੁਣ ਤੁਸੀਂ 1 ਹਫ਼ਤੇ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਵਜਨ ਕਿਵੇਂ ਘਟਦਾ ਸਰ। ਹੁਣ ਤੁਸੀਂ ਖਾ ਰਹੇ ਹੋ 4000 ਕੈਲਰੀਜ਼ ਦਿਨ ਦੇ ਵਿੱਚ, ਠੀਕ ਹੈ, ਉਹਨਾਂ ਨੇ ਤੁਹਾਨੂੰ ਸਡਨਲੀ ਲੈ ਆਉਣਾਗਾ 500-700 ਕੈਲਰੀਜ਼ ਤੇ। ਉਹ ਤਾਂ ਓਬਵੀਅਸ ਜੀ ਗੱਲ ਆ, ਜਿਹੜਾ ਬੰਦਾ 4000 ਕੈਲਰੀਜ਼ ਖਾ ਰਿਹਾ ਤੇ ਉਹਨੂੰ 700 ਕੈਲਰੀਜ਼ ਖਾਣੀਆਂ ਪੈਣਗੀਆਂ, ਤਾਂ ਫਿਰ ਇੱਕ ਗੱਲ ਆ ਵੀ ਉਹ ਤਾਂ ਡੈਫੀਨੇਟਲੀ ਘਟੇਗਾ ਹੀ ਘਟੇਗਾ ਨਾ ਵੇਟ। ਤਾਂ ਇਹ ਰੀਜ਼ਨ ਹੁੰਦਾ ਵੀ 1 ਹਫ਼ਤੇ 'ਚ ਇੰਨਾ ਵੇਟ ਘਟਾਓ। ਘਟ ਜੂਗਾ ਵੈਸੇ? ਘਟ ਵੀ ਜਾਂਦਾ, ਫਿਰ ਵੱਧ ਵੀ ਜਾਂਦਾ ਸਰ ਅਗਲੇ ਹਫ਼ਤੇ। ਐਵੇਂ ਨਹੀਂ ਕਿ ਬੰਦਾ ਮੈਂ 7 ਕਿਲੋ ਘਟਾ ਲਿਆ ਤੇ ਫਿਰ ਉਹ ਵਧੂਗਾ ਨਹੀਂ ਹੈਗਾ? ਨਹੀਂ 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 ਸਰ, 1 ਹਫ਼ਤੇ ਦੇ ਵਿੱਚ 7 ਕਿਲੋ ਘਟਾਉਣਾ ਮਤਲਬ ਉਹ ਵੇਟ ਤੁਹਾਡਾ ਸਟੇਬਲ ਵੇਟ ਨਹੀਂ ਹੈ, ਬਹੁਤ ਹੀ ਜਲਦੀ ਵੱਧ ਜਾਏਗਾ ਉਹ ਵੇਟ ਤੁਹਾਡਾ। ਛੱਡਣਾ ਪਏ? ਨਹੀਂ, ਇੱਦਾਂ ਦਾ ਕੁਝ ਨਹੀਂ ਹੈ। ਉਹ ਬੋਡੀ ਬਿਲਡਿੰਗ ਦਾ ਪਾਰਟ ਆ। ਉਹ ਇੱਕ ਆਮ ਪਰਸਨ ਦੇ ਲਈ ਜਾਂ ਇੱਕ ਫਿਟਨੈਸ ਐਥਲੀਟ ਦੇ ਲਈ ਨਹੀਂ, ਇਹ ਚੀਜ਼ ਪੋਸੀਬਲ ਉਹ ਨਹੀਂ ਹੈ, ਪਾਰਟ ਨਹੀਂ ਹੈ। ਇਹ ਅਲੱਗ ਗੱਲ ਆ, ਨੂਨ ਛੱਡਣਾ ਇਹ ਬੋਡੀ ਬਿਲਡਿੰਗ ਦਾ ਪਾਰਟ ਆ। ਹੋਰ ਕਿਸੇ ਵੀ ਗੇਮ ਦੇ ਵਿੱਚ, ਕਿਸੇ ਵੀ ਸਪੋਰਟਸਮੈਨ ਦੇ ਵਿੱਚ ਨਮਕ ਨਹੀਂ ਛੱਡਦੇ। ਈਵਨ ਬੋਡੀ ਬਿਲਡਿੰਗ ਦੇ ਵਿੱਚ ਵੀ ਕਈ ਕੋਚ ਛਡਾਉਂਦੇ ਨੇ, ਕਈ ਕੋਚ ਸਾਲਟ ਨੂੰ ਨਹੀਂ ਛਡਾਉਂਦੇ। ਉਹ ਇੱਕ ਬੋਡੀ ਬਿਲਡਿੰਗ ਦਾ ਪਾਰਟ ਆ। ਹਰੇਕ ਦਾ ਅਲੱਗ-ਅਲੱਗ ਮਿੱਥ ਹੈ, ਕਿਉਂਕਿ ਕੁਝ ਅਸੀਂ ਵਾਟਰ ਰਿਟੈਂਸ਼ਨ ਕਰਨ ਦੇ ਲਈ ਬੋਡੀ ਦੇ ਵਿੱਚ ਵੀ ਵਾਟਰ ਸਟੋਰ ਨਾ ਰਹੇ, ਤਾਂ ਕਰਕੇ ਅਸੀਂ ਥੋੜ੍ਹਾ ਨਮਕ ਛੱਡ ਦਿੰਦੇ ਹੁੰਦੇ ਹਾਂ। ਉਹ ਵੀ ਇਹ ਨਹੀਂ ਕਿ ਮਹੀਨਾ ਛੱਡ ਦਿੰਦੇ ਹਾਂ, 1 ਜਾਂ 2 ਦਿਨ ਪਹਿਲਾਂ ਹਾਰਡਲੀ। ਦੇਖਿਆ ਹੁੰਦਾ ਕਿ ਨਵੇਂ ਯੂਥ ਆਉਂਦੇ ਆ, ਉਹਨੂੰ ਚਾਹ ਹੁੰਦਾ ਮੈਂ 6 ਪੈਕ ਬਰੋਡ ਚੈਸਟ ਬਣਾ ਲਾਂ, ਤਾਂ ਉਹਨੂੰ ਮੇਨਟੇਨ ਕਰਦੇ ਹੀ ਬੰਦਾ ਕਿੰਨਾ ਕੁਝ ਖਾ ਲੈਂਦਾ। ਤੁਸੀਂ ਕਹਿੰਦੇ ਹੋ ਕਿ ਆਮ ਬੰਦਾ ਡੇਲੀ ਰੂਟੀਨ ਜਿਹਨੇ ਗੇਮ ਨਹੀਂ ਖੇਡਣੀ ਹੈਗੀ, ਬੋਡੀ ਬਿਲਡਿੰਗ ਨਹੀਂ ਕਰਨੀ ਹੈਗੀ, ਉਹਨੂੰ ਇੱਕ ਬੋਡੀ ਬਣਾਉਣ ਵਾਸਤੇ ਵੀ ਸਟੀਰੋਇਡ, ਪ੍ਰੋਟੀਨ ਲੈਣੇ ਚਾਹੀਦੇ ਆ ਲੰਬੇ ਟਾਈਮ ਤੱਕ? ਸਰ ਸਪਲੀਮੈਂਟ ਕੋਈ ਵੀ ਸਾਈਡ ਇਫੈਕਟ ਨਹੀਂ ਕਰਦਾ। ਸਪਲੀਮੈਂਟਸ ਤੁਹਾਡੇ ਜਸਟ ਇੱਕ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਵੈਲਿਊ ਨੂੰ ਕੰਪਲੀਟ ਕਰਦਾ, ਜਿਹੜੀ ਕਿ ਆਪਾਂ ਡਾਈਟ ਰਾਹੀਂ ਨਹੀਂ ਲੈ ਸਕਦੇ। ਹੁਣ ਇੱਥੇ ਪ੍ਰੋਟੀਨ ਪਾਊਡਰ ਦਾ ਬਹੁਤ ਹੀ ਜ਼ਿਆਦਾ ਹਊਆ ਬਣਾਉਂਦੇ ਨੇ ਕਈਆਂ ਦੇ ਪੇਰੈਂਟਸ, ਕੀ ਪ੍ਰੋਟੀਨ ਪਾਊਡਰ ਨਹੀਂ ਲੈਣਾ ਚਾਹੀਦਾ, ਪ੍ਰੋਟੀਨ ਨਾਲ ਕਿਡਨੀਆਂ ਖਰਾਬ ਹੋ ਜਾਂਦੀਆਂ, ਇਹ ਹੋ ਜਾਂਦੀ ਹੈ, ਉਹ ਹੋ ਜਾਂਦੀਆਂ। ਪ੍ਰੋਟੀਨ ਦਾ ਕੰਮ ਆ ਸਰ ਜਸਟ ਤੁਹਾਡੇ ਪ੍ਰੋਟੀਨ ਦੀ ਨਿਊਟ੍ਰੀਸ਼ਨ ਵੈਲਿਊ ਨੂੰ ਕੰਪਲੀਟ ਕਰਨਾ। ਜੇ ਕੋਈ ਬੰਦਾ ਵੈਜੀਟੇਰੀਅਨ ਆ, ਉਹ ਐਗ ਵੀ ਨਹੀਂ ਖਾ ਸਕਦਾ, ਉਹ ਵੀ ਨਹੀਂ, ਚਿਕਨ ਵੀ ਨਹੀਂ ਖਾ ਸਕਦਾ, ਤਾਂ ਉਹ ਜੇ ਪਾਊਡਰ ਫਾਰਮ ਦੇ ਵਿੱਚ ਪ੍ਰੋਟੀਨ ਨੂੰ ਲੈ ਰਿਹਾ ਤਾਂ ਉਹ ਕੋਈ ਨੁਕਸਾਨ ਨਹੀਂ ਹੈ ਸਰ। ਕਹਿੰਦੇ ਕਿ ਸਟੀਰੋਇਡ ਲੈਣ ਤੋਂ ਬਾਅਦ ਬੰਦੇ ਦੇ ਸਪਰਮ ਕਾਊਂਟ ਘੱਟ ਹੋ ਜਾਂਦੇ, ਇਸ ਰਿਐਲਿਟੀ ਹੈਗੀ ਹੈ? ਸਰ ਉਹ ਦੇਖੋ, ਮੈਂ ਉਹੀ ਗੱਲ ਆ ਗਈ ਗਾਈਡੈਂਸ ਦੇ ਵਿੱਚ। ਜੇ ਤੁਸੀਂ ਵਿਦਾਊਟ ਗਾਈਡੈਂਸ ਕੋਈ ਵੀ ਚੀਜ਼ ਲੈ ਰਹੇ ਹੋ, ਚਾਹੇ ਤੁਸੀਂ ਇੱਕ ਸਿਰ ਦਰਦ ਦੀ ਗੋਲੀ ਵੀ ਵਿਦਾਊਟ ਗਾਈਡੈਂਸ ਵੱਧ MG ਵਾਲੀ ਲਓਗੇ, ਤਾਂ ਉਹ ਵੀ ਕਿਤੇ ਨਾ ਕਿਤੇ ਸਾਈਡ ਇਫੈਕਟ ਕਰੇਗੀ। ਇਹ ਤਾਂ ਫਿਰ ਵੀ ਸਟੀਰੋਇਡ ਆ ਸਰ, ਜਿਹੜੀ ਕਿ ਬਹੁਤ ਹੀ ਇੱਕ ਟੈਕਨੀਕਲ ਤਰੀਕੇ ਦੇ ਨਾਲ ਇੱਕ ਵਧੀਆ ਕੋਚ ਦੇ ਅੰਡਰ ਹੀ ਲੈਣਾ ਚਾਹੀਦਾ। ਤਾਂ ਜੇ ਤੁਸੀਂ ਵਿਦਾਊਟ ਕੋਚ ਤੋਂ ਲਓਗੇ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਹਾਡੇ ਇੰਟਰਨਲ ਔਰਗਨਸ ਦਾ ਪ੍ਰੋਬਲਮ ਆਏਗੀ। ਫਿਰ ਇੱਕ ਗੱਲ ਕਰੀਏ ਪ੍ਰੋਪਰ ਬੋਡੀ ਬਣਾਉਣ ਲਈ, ਮਤਲਬ ਕਿ ਕਿੰਨੇ ਘੰਟੇ ਜਿਮ ਦੀ ਲੋੜ ਹੈਗੀ ਹੈ? ਮਤਲਬ ਕਿ ਆਮ ਬੰਦੇ ਨੂੰ, ਜੇ ਜਿਮ ਨਹੀਂ ਕਰਨਾ ਬੰਦਾ ਨੇ, ਮਤਲਬ ਕਿ ਗੇਮ ਨਹੀਂ ਖੇਡਣੀ ਹੈਗੀ, ਆਮ ਬੰਦਾ ਡੇਲੀ ਰੂਟੀਨ ਹੈ, ਉਹਨੂੰ ਕਿੰਨੇ ਘੰਟੇ ਐਕਸਰਸਾਈਜ਼ ਕਰਨੀ ਚਾਹੀਦੀ ਹੈ ਦਿਨ 'ਚ, ਜਿਹੜਾ ਮੇਨਟੇਨ ਰਹੇ? ਸਰ ਜਿੱਥੇ ਤੱਕ ਮੈਂ ਪੜ੍ਹਿਆ, ਜਿੱਥੇ ਤੱਕ ਮੇਰਾ ਐਕਸਪੀਰੀਅੰਸ ਆ, ਜਿੱਥੇ ਤੱਕ ਮੈਂ ਆਪਣੇ ਕੋਚਾਂ ਤੋਂ ਸਿੱਖਿਆ, ਤਾਂ ਇੱਕ ਨੋਰਮਲ ਬੰਦੇ ਲਈ 1 ਘੰਟਾ ਤੋਂ 45 ਮਿੰਟ ਐਕਸਰਸਾਈਜ਼ ਬਹੁਤ ਆ, ਇਨਫ। ਜੇ ਤੁਸੀਂ ਇੱਕ ਵਧੀਆ ਤਰੀਕੇ ਨਾਲ ਕਰ ਰਹੇ ਹੋ, ਇੱਥੇ ਜਿਮ ਦੇ ਵਿੱਚ ਆ ਕੇ ਗੱਲਾਂ ਨਹੀਂ ਮਾਰ ਰਹੇ ਹੋ, ਫੋਨ 'ਤੇ ਚੈਟ ਨਹੀਂ ਕਰ ਰਹੇ ਹੋ, ਤਾਂ 40 ਤੋਂ 45 ਮਿੰਟ ਦੇ ਵਿੱਚ ਤੁਹਾਡੀ ਐਕਸਰਸਾਈਜ਼ ਕੰਪਲੀਟ ਹੋ ਜਾਂਦੀ ਹੈ ਇੱਕ ਵਧੀਆ ਤਰੀਕੇ ਨਾਲ। ਇੱਕ ਜਿੱਥੇ ਕਹਿ ਦਿੰਦੇ ਆਪਾਂ ਬੋਡੀ ਨੂੰ ਵਧੀਆ ਪੰਪ ਮਿਲਦਾ, ਫੀਲ ਆਉਂਦਾ। ਬਟ ਉਦੋਂ ਜੇ ਤੁਸੀਂ ਬਾਹਰਲੇ ਕੰਮਾਂ ਕਾਜਾਂ 'ਚ ਬਿਜ਼ੀ ਨਹੀਂ ਹੈਗੇ, ਫੋਨ 'ਤੇ ਲੱਗ ਰਹੇ ਹੋ, ਗੱਲ ਕਰ ਰਹੇ ਹੋ, 5-5 ਮਿੰਟ ਦੀ ਰੈਸਟ ਲੈ ਰਹੇ ਹੋ ਇੱਕ ਸੈਟ ਲਾਉਣ ਤੋਂ ਬਾਅਦ, ਉਦੋਂ
ਤੇ ਕਈ ਇਹੋ ਜਿਹੇ ਲੋਕ ਵੀ ਆਉਂਦੇ ਜਿਹੜੇ 2-3 ਦਿਨ ਆਉਂਦੇ ਆ ਤੇ ਆਪਣਾ 4-5 ਦਿਨ ਛੁੱਟੀ ਤੇ ਪੂਰਾ ਜ਼ੋਰ ਲਾ ਜਾਂਦੇ, ਫਿਰ ਖਤਮ ਹੋ ਜਾਂਦਾ, ਉਹਦਾ ਕੁਝ ਬਣ ਸਕਦਾ ਨਹੀਂ ਬਣ ਸਕਦਾ। ਰੀਜ਼ਨ ਇਹ ਆ ਕਿ ਉਹ ਪਹਿਲੇ ਦਿਨ ਹੀ ਇੰਨਾ ਜ਼ੋਰ ਲਾ ਜਾਂਦੇ ਆ ਕਿ ਅਗਲੇ 4 ਦਿਨ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ। ਜੇ ਉਹਨਾਂ ਨੂੰ ਕੋਚ ਸਹੀ ਤਰੀਕੇ ਨਾਲ ਕੁਝ 3 ਕੁ ਐਕਸਰਸਾਈਜ਼ਾਂ ਕਰਾ ਕੇ ਕਹਿੰਦਾ ਵੀ ਭਾਜੀ ਤੁਸੀਂ ਅੱਜ ਬਹੁਤ ਆ ਇੰਨਾ ਕੁ ਜਾਓ, ਤਾਂ ਉਹ ਕਹਿੰਦੇ ਵੀ ਨਹੀਂ ਨਹੀਂ ਅਸੀਂ ਹੋਰ ਕਰਨੀ ਹੈ ਇਹਦੇ ਨਾਲ। ਹਾਂ, ਪੈਸੇ ਦਿੱਤੇ ਇਹਦੇ ਨਾਲ ਤਾਂ ਹਲੇ ਕੁਝ ਹੋਇਆ ਨਹੀਂ, ਬਟ ਉਹ ਕੋਚ ਨੂੰ ਪਤਾ ਹੁੰਦਾ ਵੀ ਇਹਨੇ ਅਗਲੇ ਦਿਨ ਵੀ ਜੇ ਵੱਧ ਕਰਾਤਾ ਤਾਂ ਇਹ ਆਊਗਾ ਕਿ ਨਹੀਂ ਆਊਗਾ। ਤੇ ਇਹ ਚੀਜ਼ਾਂ ਜੇ ਕੋਚ ਤੁਹਾਨੂੰ ਕਹਿ ਰਿਹਾ ਵੀ ਅੱਜ ਭਾਈ 4 ਐਕਸਰਸਾਈਜ਼ਾਂ ਲਾਓ, ਤਾਂ ਤੁਸੀਂ ਉਹ 4 ਐਕਸਰਸਾਈਜ਼ਾਂ ਹੀ ਲਾਓ। ਜੇ ਤੁਹਾਨੂੰ ਨੌਲੇਜ ਹੈ ਫਿਰ ਤੁਸੀਂ ਆਪ ਲਾ ਸਕਦੇ ਹੋ। ਜੇ ਤੁਸੀਂ ਇੱਕ ਕੋਚ ਦੇ ਥਰੂ ਚੱਲ ਰਹੇ ਹੋ ਤਾਂ ਤੁਸੀਂ ਕੋਚ ਦੇ ਅੰਡਰ ਹੀ ਚੱਲੋ, ਕੋਚ ਦੀ ਗੱਲ ਹੀ ਮੰਨੋ। ਇੱਥੇ ਜਿਮ ਦੇ ਵਿੱਚ 100 ਬੰਦੇ ਆਉਣਗੇ ਜਿਨ੍ਹਾਂ ਦੇ ਅਲੱਗ-ਅਲੱਗ ਪੁਆਇੰਟ ਆਫ ਵਿਊ ਹੋਣਗੇ, ਤੁਹਾਨੂੰ ਅਲੱਗ-ਅਲੱਗ ਗਾਈਡ ਕਰੇਗਾ ਵੀ ਭਾਜੀ ਇਹ ਕਰਨਾ, ਇਹ ਕਰ ਲਓ, ਇਹ ਕਰ ਲਓ, ਇਹ ਕਰ ਲਓ। ਬਟ ਜੇ ਜਿਨ੍ਹਾਂ ਕੋਲ ਤੁਸੀਂ ਕਰ ਰਹੇ ਹੋ, ਆਪਣੀ ਪ੍ਰੈਕਟਿਸ ਕਰ ਰਹੇ ਹੋ, ਆਪਣੀ ਪ੍ਰੈਪ ਕਰ ਰਹੇ ਹੋ, ਤਾਂ ਸਿਰਫ ਉਹਦੀ ਹੀ ਮੰਨੋ। ਜੇ ਤੁਸੀਂ 10 ਜਣਿਆਂ ਦੀ ਸੁਣੋਗੇ ਤਾਂ ਉਹ 10 ਜਣਿਆਂ ਦਾ ਮਾਈਂਡ ਤੁਹਾਡੇ ਦਿਮਾਗ 'ਚ ਘੁੰਮਦਾ ਰਹੇਗਾ ਵੀ ਕਿਹਦੀ ਗੱਲ ਕਰਾਂ, ਕਿਹਦੀ ਮੰਨਾਂ, ਤਾਂ ਉਹ 10 ਹੀ ਚੀਜ਼ਾਂ ਤੁਸੀਂ ਟਰਾਈ ਕਰੋਗੇ। ਜੇ ਇੱਕ ਦੀ ਮੰਨੋਗੇ ਤਾਂ ਇੱਕ ਚੀਜ਼ ਹੀ ਟਰਾਈ ਕਰੋਗੇ ਤੁਸੀਂ, ਤਾਂ ਉਹ ਬਚਾਓ ਰਹਿ ਜਾਂਦਾ। ਤੁਸੀਂ ਕਿਹਨੂੰ ਟ੍ਰੇਨ ਵੀ ਕਰਦੇ ਹੋ, ਮਤਲਬ ਕਿ ਐਜ਼ ਅ ਐਕਟਰ ਸੈਲੀਬ੍ਰਿਟੀ? ਹਾਂਜੀ, ਮੈਂ ਆਰਨੀਤ ਨਾਲ ਰਿਹਾ, ਮੈਂ ਕਾਫੀ ਟਾਈਮ ਭਾਜੀ ਨਾਲ ਟ੍ਰੇਨਿੰਗ ਕਰਦਾ ਰਿਹਾ ਮੈਂ ਆਰਨੀਤ ਨਾਲ। ਤੇ ਹੁਣ ਭਾਜੀ ਸ਼ਿਫਟ ਹੋ ਗਏ ਮੋਹਾਲੀ, ਤੇ ਹੁਣ ਥੋੜਾ ਟਾਈਮ ਤੋਂ ਮੈਂ ਆਫ ਕੀਤਾ ਹੋਇਆ ਭਾਜੀ ਨਾਲ। ਮੈਂ ਇੱਕ ਲਾਸਟ ਕੁਐਸਚਨ ਆ ਤੋਂ ਬਾਅਦ ਫਿਨਿਸ਼ ਕਰਦੇ ਇੰਟਰਵਿਊ। ਕੀ ਬੰਦੇ ਨੇ ਕਿਸੇ ਨੇ ਘਰ ਮਤਲਬ ਕਿ ਜਿਮ ਕਰਨੀ ਹੋਵੇ ਤਾਂ ਉਹ ਮਤਲਬ ਕਿ ਘਰੇ ਪੁਸ਼ਅਪ ਡੇਲੀ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ? बिल्कुल सर, कंपाउंड एक्सरसाइजेस कर सकता हो, लाइक जैसे कि पुशअप हो गया, बॉडी वेट स्क्वाट हो गया, चिनअप्स हो गए। ये चीज़ां वो ਰੈਗੂਲਰ ਬੇਸ 'ਤੇ ਵੀ ਕਰ ਸਕਦੇ ਨੇ, ਜਿਹੜੀ ਕਿ ਉਹ ਜਨਰਲ ਫਿਟਨੈਸ ਨੂੰ ਆਪਣੀ ਬੋਡੀ ਨੂੰ ਮੇਨਟੇਨ ਰੱਖਣ ਦੇ ਲਈ, ਆਪਣੀ ਫਿਟਨੈਸ ਨੂੰ ਮੇਨਟੇਨ ਰੱਖਣ ਦੇ ਲਈ ਕਰ ਸਕਦੇ ਨੇ ਐਕਸਰਸਾਈਜ਼। ਥੈਂਕ ਯੂ। ਸਾਡੇ ਨਾਲ ਗੱਲਬਾਤ ਕੀਤੀ ਹੈ ਇਸੇ ਗਿਆਨ ਸ਼ਰਮਾ, ਜਿਨ੍ਹਾਂ ਨਾਲ ਕਹਿਣਾ ਸੀ ਕਿ ਇਹਨਾਂ ਨੇ ਕਿ ਇੱਕ ਬੋਡੀ ਬਣਾਉਣ ਲਈ ਪ੍ਰੋਪਰ ਬੰਦੇ ਨੂੰ ਇੱਕ ਟਾਈਮ ਦੇਣਾ ਜ਼ਰੂਰੀ ਹੈ, ਨਾ ਕਿ ਬੰਦਾ ਕਿ ਇੱਕ ਸੋਚੇ ਕਿ ਮੇਰਾ ਇੱਕ ਹਫ਼ਤੇ 'ਚ ਵੇਟ ਘਟ ਜਾਏਗਾ, ਜਾਂ ਬੰਦਾ ਸੋਚੇ ਵੀ ਇੱਕ ਦਿਨ 'ਚ ਮੈਂ ਟਰਾਂਸਫੋਰਮੇਸ਼ਨ 1 ਮਹੀਨੇ 'ਚ ਹੋ ਜਾਏਗੀ। ਇਹ ਨਹੀਂ ਹੋ ਸਕਦਾ, ਪ੍ਰੋਪਰ ਟਾਈਮ ਚਾਹੀਦਾ ਹੈ। ਕੈਮ ਪਰਸਨ ਮਲਕੀਤ ਦੇ ਨਾਲ ਔਨ 에ਅਰ ਧਰੁਵਦੀਪ ਸਿੰਘ।